ਸਾਰੇ ਪ੍ਰਭੂ ਦੇ ਸੰਤਾਂ ਸੇਵਕਾਂ ਨੂੰ, ਪਰਮੇਸ਼ਰ ਦੇ ਪਿਆਰੇ ਭਗਤਾਂ ਨੂੰ ਮੇਰੇ ਵੱਲੋਂ ਪਾਸਟਰ ਕੁਲਵੰਤ ਰਾਏ ਵੱਲੋਂ ਜੈ ਮਸੀਹ ਦੀ। ਸੋ ਅੱਜ ਫਿਰ ਤੁਹਾਡੇ ਰੂਬਰੂ ਹੋਏ ਹੈ ਕਈ ਮਹੀਨਿਆਂ ਬਾਅਦ। ਸੋ ਸਭ ਤੋਂ ਪਹਿਲਾਂ ਸਾਡੇ ਪ੍ਰਭੂ ਯਿਸੂ ਮਸੀਹ ਦਾ ਜਨਮ, ਜਿਹਨੂੰ ਅਸੀਂ ਵੱਡਾ ਦਿਨ ਕਹਿੰਦੇ ਹਾਂ, ਕ੍ਰਿਸਮਸ ਡੇ ਕਹਿੰਦੇ ਹਾਂ, ਜੋ ਸਾਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ, ਉਹਦੀਆਂ ਲੱਖ ਲੱਖ ਨਹੀਂ, ਕਰੋੜ ਕਰੋੜ ਨਹੀਂ, ਬਹੁਤ ਬਹੁਤ ਵਧਾਈਆਂ ਔਰ ਆਉਣ ਵਾਲੇ ਨਵੇਂ ਸਾਲ ਦੀਆਂ ਵਧਾਈਆਂ। ਸੋ ਕੁਝ ਗੱਲਾਂ ਕਰਨੀਆਂ ਸੀ ਤੁਹਾਡੇ ਨਾਲ। ਕਈ ਲੋਕ ਕਹਿੰਦੇ ਆ ਕਿ ਵੱਡਾ ਦਿਨ ਸਾਨੂੰ ਮਨਾਉਣਾ ਨਹੀਂ ਚਾਹੀਦਾ। ਉਹ ਇਸ ਕਰਕੇ ਕਹਿੰਦੇ ਆ ਕਿ ਬਾਈਬਲ ਦੇ ਵਿੱਚ ਉਹਦੀ ਕੋਈ ਤਰੀਕ ਨਹੀਂ ਹੈ। ਚਲੋ ਤਰੀਕ ਨਹੀਂ ਹੈ, ਪਰ ਬਾਈਬਲ ਸਾਨੂੰ ਇਹ ਦੱਸਦੀ ਹੈ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਤਾਂ ਹੋਇਆ ਹੈ ਨਾ। ਇੱਕ ਅੱਜ ਕੱਲ੍ਹ ਅਜੀਜ਼ ਮਾੜੀ ਵਾਲਾ, ਜਿਹਦੀ ਇੱਕ ਸ਼ਾਇਦ ਸੱਜੀ ਬਾਂਹ ਵੱਢੀ ਹੋਈ ਹੈ ਔਰ ਉਹ ਬੜੀਆਂ ਵੀਡੀਓ ਔਰ ਵਾਇਸ ਰਿਕਾਰਡਿੰਗਾਂ ਪਾ ਦਿੰਦਾ ਕਿ ਮੈਂ 5 ਲੱਖ ਰੁਪਈਆ ਇਨਾਮ ਦੇਵਾਂਗਾ। ਜਿਹੜਾ ਇਹ ਦੱਸ ਦੇ ਕਿ ਯਿਸੂ ਮਸੀਹ 25 ਤਰੀਕ ਨੂੰ ਪੈਦਾ ਹੋਇਆ ਸੀ। ਸੋ ਪਹਿਲਾਂ ਤੁਸੀਂ ਇਹ ਵੌਇਸ ਰਿਕਾਰਡਿੰਗ ਸੁਣ ਲਓ, ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ। ਪ੍ਰੇਜ਼ ਦ ਲਾਰਡ। ਜੈ ਮਸੀਹ ਦੀ। ਯਿਸੂ ਮਸੀਹ ਵਿੱਚ ਤੁਹਾਡੀ ਸਲਾਮਤੀ ਹੋਵੇ। ਮੈਂ ਬਲਵਿੰਦਰ ਅਜ਼ੀਜ਼ ਬੋਲ ਰਿਹਾ ਜੀ, ਪਾਸਟਰ ਅਜ਼ੀਜ਼, ਸੌਂਗ ਰਾਈਟਰ ਅਤੇ ਸੌਂਗ ਕੰਪੋਜ਼ਰ। ਔਰ ਬਹੁਤ ਵਾਰ ਤੁਸੀਂ ਮੇਰੇ ਗੀਤਾਂ ਨੂੰ ਸੁਣਿਆ ਅਤੇ ਬਹੁਤ ਪਿਆਰ ਦਿੱਤਾ ਔਰ ਤੁਸੀਂ ਬਹੁਤ ਬਰਕਤ ਪਾਈ ਔਰ ਤੁਹਾਡੀ ਵਜ੍ਹਾ ਨਾਲ ਖੁਦਾ ਨੇ ਮੈਨੂੰ ਵੀ ਬਹੁਤ ਬਰਕਤ ਦਿੱਤੀ ਆ। ਖੁਦਾ ਤੁਹਾਨੂੰ ਬਰਕਤ ਦੇਵੇ। ਸੋ ਇੱਕ ਜ਼ਰੂਰੀ ਮੈਸੇਜ ਮੈਂ ਪੂਰੇ ਸੰਸਾਰ ਨੂੰ ਦੇਣਾ ਚਾਹੁੰਦਾ ਹਾਂ, ਪੂਰੀ ਦੁਨੀਆ ਦੇ ਪਾਸਟਰਾਂ ਪ੍ਰਚਾਰਕਾਂ ਨੂੰ, ਪਰ ਖਾਸ ਕਰਕੇ ਉਹਨਾਂ ਨੂੰ ਜਿਹੜੇ ਪੰਜਾਬੀ ਬੋਲਦੇ ਅਤੇ ਸਮਝਦੇ ਨੇ। ਜਿਹੜਾ ਵੀ ਪਾਸਟਰ ਬਾਈਬਲ ਦੇ ਵਿੱਚੋਂ ਇਹ ਸਾਬਤ ਕਰ ਦੇਵੇ ਕਿ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਜਨਮ ਸੀਗਾ ਉਹ ਦਸੰਬਰ ਮਹੀਨੇ ਵਿੱਚ ਹੋਇਆ ਸੀ ਅਤੇ ਉਹਨੂੰ ਮੈਂ 5 ਲੱਖ ਰੁਪਈਆ ਇਨਾਮ ਦਿਆਂਗਾ ਨਿੱਜੀ ਤੌਰ 'ਤੇ। ਕੋਈ ਦੁਨੀਆ ਦੇ ਵਿੱਚ ਪਾਸਟਰ ਜਿਹੜਾ ਪੰਜਾਬੀ ਬੋਲਦਾ ਅਤੇ ਸਮਝਦਾ ਆ, ਕਿਉਂਕਿ ਦੂਸਰੇ ਤਾਂ ਪੰਜਾਬੀ ਬੋਲਦੇ ਅਤੇ ਸਮਝਦੇ ਨਹੀਂ, ਇਸ ਲਈ ਉਹਨਾਂ ਦੇ ਲਈ ਇਹ ਮੈਸੇਜ ਨਹੀਂ ਹੋਵੇਗਾ। ਪਰ ਫਿਰ ਵੀ ਪੂਰੀ ਦੁਨੀਆ ਦੇ ਪਾਸਟਰ ਜਿਹੜੇ ਨੇ, ਜਿਹੜੇ ਪ੍ਰਚਾਰ ਕਰਦੇ ਨੇ, ਚਾਹੇ ਵੱਡਾ ਪਾਸਟਰ ਹੋਵੇ ਚਾਹੇ ਕੋਈ ਛੋਟਾ ਪਾਸਟਰ ਹੋਵੇ। ਮੈਂ ਅਜ਼ੀਜ਼ ਮਾੜੀਵਾਲਾ, ਇੰਡੀਆ, ਪੰਜਾਬ ਤੋਂ ਬੋਲ ਰਿਹਾ ਹਾਂ ਅਤੇ ਮੇਰਾ ਮੋਬਾਈਲ ਨੰਬਰ ਹੈਗਾ 8427720408, 842772 ਅਤੇ 20408। ਇਸ ਨੰਬਰ 'ਤੇ ਮੇਰੇ ਨਾਲ ਰਾਬਤਾ ਕਾਇਮ ਕਰ ਲਵੇ। ਜਿਹੜਾ ਵੀ ਕੋਈ ਪਾਸਟਰ ਵਰਲਡ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਪੰਜਾਬੀ ਬੋਲਣ ਅਤੇ ਸਮਝਣ ਵਾਲਾ, ਚਾਹੇ ਉਹ ਇੰਡੀਆ 'ਚ ਹੋਵੇ ਚਾਹੇ ਪਾਕਿਸਤਾਨ 'ਚ ਹੋਵੇ, ਅਤੇ ਜਿਹੜਾ ਸਾਬਤ ਕਰਦੇ ਕਿ ਯਿਸੂ ਮਸੀਹ ਦਾ ਜਨਮ ਜਿਹੜਾ ਸੀਗਾ ਉਹ ਦਸੰਬਰ ਦੇ ਮਹੀਨੇ 'ਚ ਹੋਇਆ ਸੀ, ਤਾਂ ਉਹਨੂੰ 5 ਲੱਖ ਰੁਪਈਆ ਮੈਂ ਪਰਸਨਲੀ ਇਨਾਮ ਦਿਆਂਗਾ। ਠੀਕ ਹੈ। ਔਰ ਹੋਰ ਵੀ ਬਹੁਤ ਸਾਰੇ ਉਹ ਲੋਕ ਨੇ ਜਿਹੜੇ ਬਾਈਬਲ ਦਾ ਸੱਚਾ ਪ੍ਰਕਾਸ਼ ਜਾਣਦੇ ਨੇ,
ਉਹ ਵੀ ਉਸ ਬੰਦੇ ਨੂੰ ਹਜ਼ਾਰਾਂ ਤੇ ਲੱਖਾਂ ਰੁਪਈਆ ਜਿਹੜਾ ਇਨਾਮ ਦੇ ਸਕਦੇ ਨੇ, ਜਿਹੜਾ ਇਹ ਸਾਬਤ ਕਰਦੇ ਕਿ ਯਿਸੂ ਮਸੀਹ ਦਾ ਜਿਹੜਾ ਜਨਮ ਸੀਗਾ ਉਹ 25 ਦਸੰਬਰ ਨੂੰ ਹੋਇਆ, ਜਾਂ ਇੰਨਾ ਹੀ ਸਾਬਤ ਕਰਦੇ ਕਿ ਦਸੰਬਰ ਦੇ ਮਹੀਨੇ ਵਿੱਚ ਪ੍ਰਭੂ ਯਿਸੂ ਮਸੀਹ ਪੈਦਾ ਹੋਇਆ ਸੀ, ਤਾਂ ਉਸ ਨੂੰ 5 ਲੱਖ ਇਨਾਮ ਦਿੱਤਾ ਜਾਵੇਗਾ। ਤੇ ਨਹੀਂ ਤੇ ਬੜੀ ਖੁਸ਼ੀ ਨਾਲ ਉਹ ਮੰਨ ਲਏ ਕਿ ਮੈਂ ਜਿਹੜਾ ਵੀ 25 ਦਸੰਬਰ ਮਨਾਉਣਾ ਅਤੇ 25 ਦਸੰਬਰ ਮਨਾਉਣ ਦੇ ਲਈ ਲੋਕਾਂ ਨੂੰ ਕਹਿਣਾ, ਅਤੇ ਇਹ ਮੈਂ ਮੂਰਤੀ ਪੂਜਾ ਕਰਵਾ ਰਿਹਾ, ਅਤੇ ਇਹ ਇੱਕ ਯਿਸੂ ਮਸੀਹ ਦਾ ਜਨਮ ਨਹੀਂ, ਇਹ ਸੂਰਜ ਦੇਵਤੇ ਦਾ ਜਨਮ ਆ। ਅਤੇ ਕੋਈ ਵੀ ਜਿਹੜਾ ਵਿਸਤਾਰ ਦੇ ਵਿੱਚ ਪਾਸਟਰ ਮੇਰੇ ਨਾਲ ਗੱਲ ਕਰ ਸਕਦਾ ਆ। ਇਹ ਬਿਲਕੁਲ ਜਿਹੜਾ 25 ਦਸੰਬਰ ਮਨਾਇਆ ਜਾਂਦਾ ਬਿਲਕੁਲ ਗਲਤ ਤਲੀਮ ਆ, ਇਹ ਬਾਈਬਲ ਦੇ ਅਨੁਸਾਰ ਨਹੀਂ ਆ। ਇਹ ਸੂਰਜ ਦੇਵਤੇ ਦਾ, ਯੂਪੀਟਰ ਦੇਵਤੇ ਦਾ ਜਿਹੜਾ ਵਾ ਇਹ ਜਨਮ ਆ, ਇਸ ਕਰਕੇ ਇਸ ਨੂੰ ਨਕਾਰਨਾ ਚਾਹੀਦਾ ਆ। ਔਰ ਬਾਈਬਲ ਦੇ ਵਿੱਚ ਇੱਦਾਂ ਦੀ ਕੋਈ ਹਦਾਇਤ ਨਹੀਂ ਕੀਤੀ ਗਈ ਕਿ ਅਸੀਂ 25 ਦਸੰਬਰ 24 ਦਸੰਬਰ ਜਾਂ ਯਿਸੂ ਮਸੀਹ ਦਾ ਜਨਮ ਦਿਨ ਮਨਾਈਏ। ਇਹ ਬਿਲਕੁਲ ਇੱਕ ਰੀਤ ਆ, ਰਿਵਾਜ ਆ। ਇਸ ਨੂੰ ਕੀ ਕਰਨਾ ਚਾਹੀਦਾ, ਮਸੀਹ ਲੋਕਾਂ ਨੂੰ ਨਕਾਰਨਾ ਚਾਹੀਦਾ ਆ, ਅਤੇ ਮਸੀਹਤ ਦੇ ਆਧਾਰ ਦੇ ਉੱਤੇ ਸਾਨੂੰ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਆ। ਇਸ ਕਰਕੇ ਮਿਹਰਬਾਨੀ ਕਰਕੇ ਜਿਹੜਾ ਵੀ ਪਾਸਟਰ ਇਹ ਮੈਸੇਜ ਨੂੰ ਸੁਣਦਾ ਆ, ਜਿਹਦੇ ਤੱਕ ਇਹ ਮੇਰਾ ਮੈਸੇਜ ਜਾਂਦਾ, ਅਤੇ ਉਹ ਵਧੀਆ ਕਿ ਉਹਨੂੰ ਵੱਡਾ ਦਿਨ ਮਨਾਉਣ ਦੀ ਲੋੜ ਕੋਈ ਨਹੀਂ। ਉਹ ਬਸ ਇੰਨਾ ਹੀ ਸਾਬਤ ਕਰ ਦੇਵੇ ਕਿ ਪ੍ਰਭੂ ਦਾ ਜਨਮ ਜਿਹੜਾ ਸੀਗਾ, ਯਿਸੂ ਦਾ ਜਨਮ ਜਿਹੜਾ ਸੀਗਾ, ਉਹ ਦਸੰਬਰ ਦੇ ਮਹੀਨੇ 'ਚ ਹੋਇਆ ਸੀ, ਅਤੇ 5 ਲੱਖ ਭਾਈ ਤੁਸੀਂ ਮੇਰੇ ਕੋਲ ਲੈ ਲਿਓ, ਠੀਕ ਆ। ਇੱਥੇ ਪੂਰੇ ਪੰਜਾਬ ਦੇ ਪਾਸਟਰ ਮੈਨੂੰ ਜਾਣਦੇ ਨੇ, ਠੀਕ ਆ, ਅਤੇ ਮੇਰੇ ਕੋਲ ਲਿਖ ਕੇ ਲੈ ਲਓ, ਠੀਕ ਹੈ। ਮੈਂ ਪਹਿਲੋਂ ਤੁਹਾਨੂੰ ਕੀ ਕਰ ਦਾਂਗਾ, ਇੱਕ ਚੈੱਕ ਦੇ ਦਿਆਂਗਾ, ਠੀਕ ਹੈ, ਜਿਹੜਾ ਵੀ ਸਾਬਤ ਕਰ ਦੇ। ਅਤੇ ਜੇ ਤੁਸੀਂ ਨਹੀਂ ਸਾਬਤ ਕਰ ਸਕਦੇ, ਤਾਂ ਇਹਦਾ ਮਤਲਬ ਤੁਸੀਂ ਝੂਠੇ ਪ੍ਰਚਾਰਕ ਹੋ, ਅਤੇ ਤੁਹਾਨੂੰ ਨਾ ਤਾਂ ਖੁਦਾ ਦੇ ਵਚਨ ਦਾ ਕੋਈ ਗਿਆਨ ਆ, ਬਸ ਤੁਸੀਂ ਕੁੱਲ ਮਿਲਾ ਕੇ ਬਿਜ਼ਨਸਮੈਨ ਹੋ, ਔਰ ਯਿਸੂ ਮਸੀਹ ਦੇ ਨਾਂ 'ਤੇ ਕੀ ਕਰ ਰਹੇ ਹੋ, ਧੰਦਾ ਕਰ ਰਹੇ ਹੋ, ਬਿਜ਼ਨਸ ਕਰ ਰਹੇ ਹੋ। ਹਾਂਜੀ, ਸੋ ਤੁਸੀਂ ਸੁਣਿਆ ਕਿ ਕਾਫੀ ਗੱਲਾਂ, ਇੱਕ ਮੈਨੂੰ ਸਮਝ ਨਹੀਂ ਆਉਂਦੀ ਆਪਦੇ ਆਪ ਨੂੰ ਸਮਝਦਾ ਕੀ ਹੈ ਮੈਂ ਤੈਨੂੰ 10 ਲੱਖ ਰੁਪਏ ਦਿੰਦਾ, ਤੂੰ ਇਹ ਸਾਬਤ ਕਰ ਕਿ ਯਿਸੂ ਮਸੀਹ ਜੰਮੇ ਹੀ ਨਹੀਂ। ਜੇ ਜੰਮਿਆ ਤਾਂ ਕਿਹੜੀ ਤਰੀਕ ਨੂੰ ਜੰਮਿਆ? ਤੂੰ ਬਹੁਤ ਵੱਡਾ ਗਿਆਨੀ ਹੈ ਨਾ। ਨਾਲੇ ਤੇਰੇ ਉਹਨੂੰ ਪੁੱਛ ਲੈ ਜਿਹੜਾ ਵਿਲੀਅਮ, ਜਿਹਦਾ ਤੁਸੀਂ ਝੂਠ ਮਾਰਦੇ ਹੋ ਕਿ ਉਹ ਆਊਗਾ, ਜੇ ਸਿਰ 'ਤੇ ਤੁਸੀਂ ਖੜ੍ਹੇ ਹੋ, ਉਹ ਨਿਕੰਮੇ ਹੋ। ਮੈਨੂੰ ਉਹਦੀ ਆਇਤ ਦੱਸੋ, ਜਿਹੜਾ ਤੁਹਾਡਾ ਵਿਲੀਅਮ ਕੈਰੀ ਹੈ, ਕਿਹੜਾ ਵੀ, ਕੌਣ ਵੀ ਉਹ ਵੀ ਆਉਣ ਵਾਲਾ ਹੈ। ਕਦੇ ਤੁਸੀਂ ਉਹਦੀ ਤੁਲਨਾ ਏਲੀਆ ਨਾਲ ਕਰਦੇ ਹੋ, ਕਦੇ ਉਹਦੀ ਤੁਲਨਾ ਤੁਸੀਂ ਨਬੀਆਂ ਨਾਲ ਕਰਦੇ ਹੋ। ਮੈਨੂੰ ਉਹਦੀ ਆਇਤ ਦੱਸ ਬਾਈਬਲ 'ਚੋਂ ਵੀ ਕਿੱਥੇ ਉਹਦੇ ਬਾਰੇ ਭਵਿੱਖਬਾਣੀ ਕਿਹੜੇ ਨਬੀ ਨੇ ਕੀਤੀ ਹੈ, ਕਿਹੜੇ ਸੰਤ ਨੇ ਕੀਤੀ ਹੈ। ਦੂਜੀ ਗੱਲ, ਕਿੰਨੀਆਂ ਆਇਤਾਂ ਨੇ ਇਹ ਸਾਬਤ ਕਰਦੀਆਂ ਨੇ ਕਿ ਪ੍ਰਭੂ ਯਿਸੂ ਮਸੀਹ ਪੈਦਾ ਹੋਇਆ। ਸਵਰਗਦੂਤ ਅਜਾਲੀਆਂ ਕੋਲੇ ਲੂਕਾ 2 ਦੀ ਜਦੋਂ ਅਸੀਂ 8 ਤੋਂ ਲੈ ਕੇ ਅੱਗੇ ਤੱਕ ਪੜ੍ਹਦੇ ਹਾਂ, ਕੀ ਕਹਿੰਦੇ ਸੀ? ਅਚਾਨਕ ਪ੍ਰਗਟ ਹੋਇਆ ਸਵਰਗਦੂਤ, ਅਚਾਲੀ ਡਰ ਗਏ। ਕਹਿੰਦਾ ਨਾ ਡਰੋ, ਅੱਜ ਮੈਂ ਤੁਹਾਡੇ ਲਈ ਇੱਕ ਵੱਡੀ ਖੁਸ਼ੀ ਦੀ ਖਬਰ ਲੈ ਕੇ ਆਇਆ ਹਾਂ, ਤੇ ਜਿਹੜੀ ਸਾਰੀ ਪ੍ਰਜਾ, ਸਾਰੇ ਸੰਸਾਰ ਦੇ ਲਈ ਹੋਵੇਗੀ। ਜਾ ਕੇ ਕਹਿੰਦਾ ਤੁਸੀਂ ਜਾ ਕੇ ਦਰਸ਼ਨ ਕਰੋ। ਜਾ ਕੇ ਦਰਸ਼ਨ ਕੀਤੇ ਨਾ ਉਹਨੇ, ਤੇ ਇੱਕ ਕੱਪੜੇ ਵਿੱਚ ਲਪੇਟਿਆ ਹੋਇਆ ਬਾਲਕ ਸੀ ਉੱਥੇ। ਸਵਰਗ ਦਾ ਇੱਕ ਵੱਡਾ ਜਥਾ ਦੂਤਾਂ ਦਾ ਵਧਾਈਆਂ ਦੇਣ ਵਾਸਤੇ ਆਇਆ, ਤੇ ਸਾਰੀਆਂ ਗੱਲਾਂ ਮਾਤਾ ਮਰੀਅਮ ਨੇ ਧਿਆਨ ਨਾਲ ਸੁਣੀਆਂ। ਦੇਖ, ਜਾਂ ਤਾਂ ਤੂੰ ਯਿਸੂ ਮਸੀਹ ਨੂੰ ਮੰਨਦਾ ਹੀ ਨਹੀਂ, ਠੀਕ ਹੈ। ਤੂੰ ਉਹ ਬੰਦਾ ਹੈ ਜਿਹੜਾ ਯਹੂਦਾ ਕਹਿੰਦਾ ਚੋਰੀ ਆ ਬੜੇ ਨੇ। ਤੂੰ ਉਹ ਦਾਗ ਹੈ ਜਿਹੜਾ ਯਹੂਦਾ ਕਹਿੰਦਾ
ठीक है, तू ਝੜਿਆ ਹੋਇਆ ਫਲ, ਉਹ ਝੜਿਆ ਹੋਇਆ ਰੁੱਖ ਹੈ ਤੂੰ, ਜਿਹੜਾ ਜੜੋਂ ਪੁੱਟਿਆ ਜਾਂਦਾ। ਉਹ ਸ਼ੁਕਰ ਦੀ ਠਾਠ ਹੈ ਜਿਹੜੀ ਆਉਂਦੀ ਹੈ ਤੇ ਟਕਰਾਉਂਦੀ ਹੈ ਤੇ ਵਾਪਸ ਮੁੜ ਜਾਂਦੀ ਹੈ। ਉਹ ਸਮੁੰਦਰ ਦੀ ਝੱਗ ਵਰਗਾ ਹੈ ਜਿਹੜੀ ਆਉਂਦੀ ਹੈ, ਕਿਸੇ ਕੰਮ ਦੀ ਨਹੀਂ ਹੁੰਦੀ, ਖਤਮ ਹੋ ਜਾਂਦੀ ਹੈ। ਪਰ ਨਕੰਮਿਆ, ਯਹੂਦਾ ਯਿਸੂ ਮਸੀਹ ਦਾ ਭਰਾ ਸੀ, ਯਿਸੂ ਮਸੀਹ ਤੇ ਵਿਸ਼ਵਾਸ ਨਹੀਂ ਕੀਤਾ। ਜਦੋਂ ਯਹੂਨਾ 7 ਦੀ 5 ਐਤ ਪੜ੍ਹਦਾ ਨਾ, ਉਹ ਤੇ ਵਿਸ਼ਵਾਸ ਨਹੀਂ ਸੀ ਕਰਦੇ। ਪਰ ਜਦੋਂ ਉਹਨੂੰ ਪਤਾ ਲੱਗਿਆ ਨਾ ਕਿ ਯਿਸੂ ਮਸੀਹ ਕੌਣ ਹੈ, ਮਰ ਗਿਆ, ਤੀਜੇ ਦਿਨ ਜਿੰਦਾ ਹੋ ਗਿਆ, 40 ਦਿਨ ਧਰਤੀ ਤੇ ਆਕਾਸ਼ ਵਿੱਚ ਚਲਾ ਗਿਆ, ਫਿਰ ਉਹਨੂੰ ਸੁਰਤ ਆਈ। ਜਦੋਂ ਗਲਾਤੀਆਂ 1 ਦੀ 19 ਐਤ ਪੜ੍ਹਦੇ ਨਾ, ਯਕੂਬ ਉਹਦਾ ਸਕਾ ਭਰਾ ਸੀ ਤੇ ਯਹੂਦਾ, ਸ਼ਮੌਨ ਤੇ ਯੂਸਫ, ਇਹ 4 ਭਰਾ, ਇਹ ਯਿਸੂ ਮਸੀਹ ਸਕੇ ਭਰਾ ਸੀ। ਜਦੋਂ ਉਹਨੂੰ ਪਤਾ ਲੱਗਿਆ ਨਾ, ਤਾਂ ਫਿਰ ਉਹਨੇ ਆਪਣੀ ਪੂਰੀ ਯਹੂਦਾ ਦੀ ਪੱਤਰੀ ਪੜ੍ਹ ਕੇ ਵੇਖੀ। ਪੂਰੀ ਪੱਤਰੀ 'ਚ ਲਿਖਿਆ ਕਿ ਸਾਨੂੰ ਪ੍ਰਤਾਪ ਵਾਲੇ ਲੋਕਾਂ ਦੀ ਨਿੰਦਾ ਨਹੀਂ ਕਰਨੀ ਚਾਹੀਦੀ। ਉਹਨੇ ਤਾਂ, ਮਿਕਾਇਲ ਨੇ ਤਾਂ ਸਵਰਗ ਦੂਤ ਦਾ, ਜਿਹੜਾ ਲੂਸੀਫਰ ਸੀ, ਉਹਦਾ ਵੀ ਸਾਹਮਣਾ ਨਹੀਂ ਕੀਤਾ ਵੀ ਫਿਰ ਵੀ ਤੂੰ ਸਾਡੇ ਨਾਲ ਦਾ, ਦਫਾ ਕਰ ਪਰੇ। ਤੂੰ ਬਣਿਆ ਕੀ ਫਿਰਦਾ? ਤੂੰ 5 ਲੱਖ ਦੀ ਗੱਲ ਕਰਦਾ ਨਾ। ਤੈਨੂੰ ਪਤਾ ਮੈਂ ਪਾਸਟਰ ਕੁਲਵੰਤ ਰਾਏ ਕਲਿਆਣਾ, ਰਾਮਾ ਮੰਡੀ ਡਿਸਟ੍ਰਿਕਟ ਬਠਿੰਡਾ ਦਾ ਹਾਂ। ਚੱਲ ਤੈਨੂੰ ਮੈਂ ਦਿੰਦਾ ਚੈਲੰਜ, ਮੈਂ ਤੈਨੂੰ 10 ਲੱਖ ਦੇਵਾਂਗਾ, ਤੂੰ ਮੈਨੂੰ ਸਾਬਤ ਕਰ ਦੇ ਵੀ ਉਹ ਕਿਹੜੇ ਦਿਨ ਜੰਮਿਆ ਸੀ। ਬਾਈਬਲ ਇਹ ਗੱਲ ਕਹਿੰਦੀ ਜੰਮਿਆ ਸੀ। ਓਏ ਨਕੰਮਿਆਂ, ਸਾਡੇ ਕੋਲ ਇੱਕ ਸਮਾਂ ਹੁੰਦਾ ਹੈ ਕਿ ਅਸੀਂ ਉਹਦੀ ਖੁਸ਼ਖਬਰੀ ਜਿਹੜੀ ਸਵਰਗ ਤੋਂ ਆਈ ਹੈ, ਜਿਹੜਾ ਨਾਮ ਸਵਰਗ ਤੋਂ ਆਇਆ, ਅਸੀਂ ਲੋਕਾਂ ਤੱਕ ਪਹੁੰਚਾ ਸਕੀਏ। ਚੱਲ ਤੂੰ ਮੈਨੂੰ ਆਪਣੀ ਜਨਮ ਤਰੀਕ ਦੱਸ, ਆਪਦੇ ਪਿਓ ਦੀ ਦੱਸ, ਆਪਦੇ ਦਾਦੇ ਦੀ ਦੱਸ ਵੀ ਕਦੋਂ ਜੰਮਿਆ ਸੀ। ਝੂਠ ਨਾ ਮਾਰੀ, ਨੈੱਟ ਤੇ ਭਰਾਂਗੇ ਨਾ ਸਾਰਾ ਕੁਝ ਨਿਕਲ ਆਉਂਦਾ ਵੈਬ ਡਾਟਾ। ਅੱਜ ਕੱਲ੍ਹ ਜ਼ਮਾਨਾ ਬਹੁਤ ਹੋ ਗਿਆ ਅੱਗੇ। ਇਹਦਾ ਮਤਲਬ ਤੇਰਾ ਦਾਦਾ ਜੰਮਿਆ ਨਹੀਂ, ਜੋ ਜੰਮਿਆ ਸੀ ਤਾਂ ਹੀ ਤੂੰ ਇਹ ਬੀ ਪੈਦਾ ਹੋਇਆ, ਜਿਹੜਾ ਸਾਡੇ ਪ੍ਰਭੂ ਦੇ ਉੱਤੇ ਤੂੰ ਦਾਗ ਹੈ। ਹੈਂ, ਪਹਿਲਾਂ ਤੂੰ ਕਹਿੰਦਾ ਸੀ ਨਹੀਂ ਤੁਹਾਡੇ ਵਾਲੀ ਨਹੀਂ ਗੱਲ ਨਹੀਂ ਹੈਗੀ, ਇਹ ਤਾਂ ਸਾਡੇ ਕੁਝ ਇੱਥੇ ਬੰਦੇ ਖਰਾਬ ਕਰਨ ਡਏ ਆ। ਉਹ ਜੇ ਤੇਰੇ ਕੋਈ ਬੰਦੇ ਖਰਾਬ ਕਰਦੇ, 4 ਮੀਟਿੰਗ ਕਰਕੇ ਬਹਿ ਕੇ ਗੱਲ ਕਰ, ਜਿਹੜਾ ਕੋਈ ਦਿਨ ਲੈਣਾ ਤੇਰਾ ਕਰ ਲੈ ਉਹਦੇ ਨਾਲ। ਤੂੰ ਪੂਰੇ ਪੰਜਾਬ ਨੂੰ ਚੈਲੰਜ ਕਰਦਾ, ਅੱਜ ਤੂੰ ਪੂਰੇ ਇੰਡੀਆ ਨੂੰ ਚੈਲੰਜ ਕਰਤਾ। ਚੱਲ ਵੋਟਾਂ ਪਵਾ ਲੈਂਦੇ ਆਪਾਂ। ਜੇ ਤੈਨੂੰ ਵੋਟਾਂ ਵੱਧ ਪੈ ਗਈਆਂ ਤਾਂ ਮੈਂ ਤੈਨੂੰ 5 ਲੱਖ ਦੇਵਾਂਗਾ। ਜੇ ਵੋਟਾਂ ਮੈਨੂੰ ਵੱਧ ਪਈਆਂ ਤਾਂ ਤੈਨੂੰ 5 ਲੱਖ ਰੁਪਇਆ ਦੇਣਾ ਪਵੇਗਾ। ਕਮੈਂਟ ਕਰਿਓ ਮੈਨੂੰ ਕਿ ਵੱਡਾ ਦਿਨ ਮਨਾਉਣਾ ਚਾਹੀਦਾ ਕਿ ਨਹੀਂ ਚਾਹੀਦਾ, ਸਾਡੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਮਨਾਉਣਾ ਚਾਹੀਦਾ ਕਿ ਨਹੀਂ ਚਾਹੀਦਾ। ਇੱਕ ਤਾਂ ਇਹ ਕਰਿਓ, ਇੱਕ ਇਹ ਕਰਿਓ ਵੀ ਮਨਾਉਣਾ ਨਹੀਂ ਚਾਹੀਦਾ, ਇਹ ਕਰਿਓ। ਵੋਟਾਂ ਪਵਾ ਲੈਂਦੇ ਆਪਾਂ ਤੇ ਬਿਠਾ ਲਾਂਗੇ ਪੰਚਾਇਤ ਦੇ ਵਿੱਚ, ਤੈਨੂੰ ਮੈਂ 5 ਲੱਖ ਦੇਵਾਂਗਾ। ਜਿਹਨੂੰ ਪੂਰੀ ਦੁਨੀਆ ਮੰਨਦੀ ਹੈ, ਠੀਕ ਹੈ। ਤੇ ਤੂੰ ਕਹਿੰਦਾ ਵੀ ਮਨਾਉਣਾ ਨਹੀਂ ਚਾਹੀਦਾ, ਇਹ ਲੋਕ ਸ਼ੈਤਾਨੀ ਲੋਕ ਨੇ, ਇਹ ਸੂਰਜ ਦੇਵਤੇ ਦੀ ਭਗਤੀ ਕਰਦੇ ਨੇ। ਸੂਰਜ ਦੇਵਤਾ ਤੇਰੇ ਪਿਓ ਨੇ ਕਿਹਨੇ ਬਣਾਇਆ? ਉਸੇ ਪਰਮੇਸ਼ਰ ਨੇ ਬਣਾਇਆ ਹੈ। ਸਾਨੂੰ ਕਿਸੇ ਕੋਈ ਤਾਂ ਕੋਈ ਮਤਲਬ ਨਹੀਂ ਹੈਗਾ ਯਾਰ। ਯਿਸੂ ਮਸੀਹ ਮਾਤਾ ਮਰੀਅਮ ਨੇ ਜੰਮਿਆ, ਮਾਤਾ ਮਰੀਅਮ ਨਾ ਹੁੰਦੀ ਤਾਂ ਕੋਈ ਹੋਰ ਇੰਤਜ਼ਾਮ ਕਰ ਦਿੰਦਾ। ਸਾਨੂੰ ਭਾਂਡਾ ਚਾਹੀਦਾ ਹੈ। ਸਾਡੇ ਵੀ ਤਾਂ ਪ੍ਰਗਟ ਹੋਇਆ, ਅਸੀਂ ਕਿੰਨੇ ਕੁ ਚੰਗੇ ਆ ਹੈ। ਬਾਈਬਲ 'ਚ ਲਿਖਿਆ, ਲੂਕਾ ਦੀ ਅੰਜੀਲ ਦੇ ਵਿੱਚ 6 ਦੇ ਉਹਦੀ 42-43 ਐਤ ਪੜ੍ਹਦੇ ਆ, ਕਹਿੰਦਾ ਚੰਗਾ ਰੁੱਖ ਮਾੜਾ ਫਲ ਨਹੀਂ ਦੇ ਸਕਦਾ ਤੇ ਮਾੜਾ ਰੁੱਖ ਚੰਗਾ ਫਲ ਨਹੀਂ ਦੇ ਸਕਦਾ। ਜੋ ਇਨਸਾਨ ਦੇ ਅੰਦਰ ਭਰਿਆ ਹੁੰਦਾ ਨਾ, ਉਹੀ ਉਹ ਬਾਹਰ ਆਉਂਦਾ ਤੇ ਰੁੱਖ ਆਪਣੇ ਫਲਾਂ ਤੋਂ ਪਹਿਚਾਣਿਆ ਜਾਂਦਾ। ਆ ਤੇਰੀਆਂ ਗੱਲਾਂ ਤੋਂ ਪਤਾ ਲੱਗਦਾ ਤੂੰ ਕੋਈ ਪ੍ਰਭੂ ਨੂੰ ਨਹੀਂ ਮੰਨਦਾ। ਤੂੰ ਤਾਂ ਪ੍ਰਭੂ ਦੇ ਭੇਸ਼ ਵਿੱਚ ਇੱਕ ਉਹ ਸ਼ੈਤਾਨ ਹੈ ਜਿਹੜਾ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ। ਅੱਛਾ ਤੈਨੂੰ ਮਿਲੂ ਕੀ? ਅੱਛਾ ਤੇਰੇ ਕਹਿਣ ਤੇ ਕਿੰਨੇ ਕੁ ਲੋਕ ਹਟ ਗਏ? ਕੀ ਕਰ ਸਕਦਾ ਤੂੰ ਹੈ? ਸਾਡੇ ਉਹ ਡਾਕਟਰ ਕਲਿਆਣੀ ਹੈ, ਉਹਦੀ ਤੂੰ ਕੈਸਟ ਕਰਵਾਈ, ਕਿੰਨੇ ਪੈਸੇ ਲੈ ਗਿਆ ਉਹ ਤੋਂ?
ਸਾਡੇ ਰਾਮਾ ਮੰਡੀ ਦੇ ਵਿੱਚੋਂ ਜੇ ਮੈਂ ਸਰਵਾ ਕਰਨ ਲੱਗ ਜਾਣਾ ਤਾਂ ਕਈਆਂ ਨਾਲ ਠੱਗੀ ਮਾਰੀ ਹੈ ਤੂੰ। ਤਾਂ ਜੇ ਮੈਂ ਇਹ ਪੂਰੇ ਪੰਜਾਬ ਦੇ ਲੋਕਾਂ 'ਚ ਸਰਵਾ ਕਰ ਲਾ ਨਾ ਤੇ ਤੇਰੇ ਤੇ ਕਿੰਨੇ ਇਲਜ਼ਾਮ ਲੱਗ ਜਾਣਗੇ। ਚੈਲੰਜ ਕਰਦਾ ਇੰਡੀਆ ਨੂੰ, ਤੂੰ ਮੈਨੂੰ ਇਕੱਲੇ ਨੂੰ ਚੈਲੰਜ ਕਰ, ਮੇਰੇ ਕੋਲ ਬਹਿ ਕੇ ਮੇਰੇ ਨਾਲ ਵੀਡੀਓ ਬਣਾ, ਮੇਰੇ ਨਾਲ ਬਹਿ ਕੇ ਗੱਲ ਕਰ। ਜੇ ਤੂੰ ਜਿੱਤ ਗਿਆ ਨਾ ਮੈਂ ਛੱਡ ਦੂੰਗਾ ਬਾਈਬਲ ਨੂੰ, ਛੱਡ ਦੂੰਗਾ, ਯਿਸੂ ਮਸੀਹ ਨੂੰ ਵੀ ਛੱਡ ਦੂੰਗਾ ਮੈਂ, ਪਰ ਬਾਈਬਲ ਦੇ ਮੁਤਾਬਕ ਗੱਲ ਕਰੀ। ਆ ਗਿਆ ਬਿਲੀ ਮਕੇਰੀ ਦਾ ਭਗਤ ਇਹ। ਮੈਂ ਪੂਰੇ ਸੰਸਾਰ ਦੇ ਲੋਕਾਂ ਨੂੰ ਚੈਲੰਜ ਕਰਦਾ ਹਾਂ ਕਿ ਯਿਸੂ ਮਸੀਹ ਵਰਗਾ ਮੈਨੂੰ ਇੱਕ ਵੀ ਲੱਭ ਦਿਓ। ਜਦੋਂ ਅਸੀਂ ਪੜ੍ਹਦੇ ਹਾਂ ਨਾ ਮੱਤੀ ਦੀ ਅੰਜੀਲ, ਉਹਦਾ 13 ਅਧਿਆਏ ਔਰ ਉਹਦੀ 45 ਆਇਤ, ਉੱਥੇ ਲਿਖਿਆ ਪਰਮੇਸ਼ਵਰ ਦਾ ਰਾਜ ਇੱਕ ਵਪਾਰੀ ਵਰਗਾ ਹੈ ਜਿਹੜਾ ਚੰਗੇ ਮੋਤੀਆਂ ਨੂੰ ਲੱਭਦਾ ਫਿਰਦਾ ਸੀ। ਜਦੋਂ ਉਹਨੂੰ ਭਾਰੇ ਮੁੱਲ ਦਾ ਮੋਤੀ ਮਿਲ ਗਿਆ ਨਾ, ਉਹਨੇ ਆਪਣਾ ਸਾਰਾ ਕੁਝ ਕੀ ਕਰ ਦਿੱਤਾ, ਵੇਚ ਦਿੱਤਾ, ਤੇ ਮੋਤੀ ਨੂੰ ਕੀ ਕਰ ਲਿਆ, ਖਰੀਦ ਲਿਆ। ਮਤਲਬ ਯਿਸੂ ਮਸੀਹ ਪਿੱਛੇ ਜਿੰਨਾ ਮਰਜ਼ੀ ਪੈਸਾ ਲੱਗ ਜੇ, ਜਿੰਨਾ ਮਰਜ਼ੀ ਸਮਾਂ ਲੱਗ ਜੇ, ਖੋਜ। ਮੈਂ ਐਵੇਂ ਨਹੀਂ ਪ੍ਰਭੂ ਕੋਲੇ ਆਇਆ, ਮੈਂ ਹਿੰਦੂ ਥਿਓਰੀ ਨੂੰ ਮੰਨਦਾ ਸੀਗਾ, ਸਾਰਾ ਦੇਖਿਆ ਮੈਂ। ਪੰਜਾਬ 'ਚ ਰਹਿਣ ਕਰਕੇ ਸਿੱਖ ਧਰਮ ਦੇ ਬਾਰੇ ਮੈਂ ਪੜ੍ਹਿਆ। ਹੋਰ ਤਾਂ ਜਿਹੜੇ ਡੇਰੇ ਡੂਰੇ ਆ ਵਾਧੂ ਦੇਖ ਲਏ ਮੈਂ, ਪਰ ਮੈਨੂੰ ਕੋਈ ਯਿਸੂ ਮਸੀਹ ਵਰਗਾ ਨਹੀਂ ਲੱਭਿਆ। ਜਦੋਂ ਸਾਡੇ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ ਨਾ, ਸੰਤ ਯਸ਼ਾਇਆ ਨਬੀ ਨੇ ਤਕਰੀਬਨ 1000 ਸਾਲ ਪਹਿਲਾਂ ਭਵਿੱਖਬਾਣੀ ਕਰਤੀ ਸੀ ਕਿ ਵੇਖੋ ਕੁਆਰੀ ਗਰਭਵਤੀ ਹੋਵੇਗੀ, ਉਹ ਪੁੱਤਰ ਜਣੇਗੀ, ਉਹਦਾ ਨਾਮ ਇਮਾਨੂਅਲ ਰੱਖਿਆ ਜਾਵੇਗਾ, ਜਿਹਦਾ ਅਰਥ ਹੈ ਪਰਮੇਸ਼ਰ ਸਾਡੇ ਸੰਗ। ਇਹ ਕਿਉਂ ਹੋਇਆ? ਕਿਉਂਕਿ ਜਿਹੜਾ ਸਭ ਤੋਂ ਪਹਿਲਾ ਆਦਮ ਸੀ, ਜੋ ਸ੍ਰਿਸ਼ਟੀ ਬਣਨ ਤੋਂ ਬਾਅਦ ਆਦਮ ਨੂੰ ਬਣਾਇਆ ਸੀ ਪਰਮੇਸ਼ਰ ਨੇ ਆਪਣੇ ਸਰੂਪ ਉੱਤੇ, ਪਹਿਲਾ ਬੰਦਾ ਜਿਹੜਾ ਉਹਨਾਂ ਨੂੰ ਹੁਕਮ ਦਿੱਤਾ ਸੀ ਨਾ ਵੀ ਕੋਈ ਫਲ ਨਹੀਂ ਖਾਣਾ, ਬਾਗਿਆਂ ਦੇ ਵਿੱਚ ਸਾਰੇ ਖਾਓ ਤੇ ਇੱਕ ਨਹੀਂ ਖਾਣਾ, ਤਾਂ ਉਹਨੇ ਖਾਧਾ, ਪਾਪ ਕਰ ਲਿਆ, ਤੇ ਪਾਪ ਦੇ ਕਾਰਨ ਮੌਤ ਆ ਗਈ, ਤੇ ਮੌਤ ਸਾਰੇ ਸੰਸਾਰ ਵਿੱਚ ਫੈਲ ਰਹੀ। ਇਸ ਕਰਕੇ ਜਿਹਦੇ ਪਿੱਛੇ ਪਿਓ ਦਾ ਨਾਂ ਲੱਗਦਾ ਨਾ, ਉਹ ਪਾਪੀ ਹੈ, ਬਾਈਬਲ ਕਹਿੰਦੀ ਹੈ। ਤਾਂ ਕਰਕੇ ਪਰਮੇਸ਼ਵਰ ਨੂੰ ਪਹਿਲਾਂ ਇੰਤਜ਼ਾਮ ਕੀਤਾ, 2000 ਸਾਲ ਨੂਹ ਨਬੀ ਤੱਕ ਕੋਈ ਸੀਗੀ ਨਹੀਂ ਵਿਵਸਥਾ, ਪਾਪ ਬਹੁਤ ਵੱਧ ਚੁੱਕਿਆ ਸੀਗਾ। ਪਰਮੇਸ਼ਰ ਨੇ ਸਾਰੀ ਦੁਨੀਆ ਖਤਮ ਕੀਤੀ ਨੂਹ ਨਬੀ ਦੇ ਸਮੇਂ। ਉਸ ਤੋਂ ਬਾਅਦ ਮੂਸਾ ਦਾ ਸਮਾਂ ਆਇਆ, ਮੂਸਾ ਦਾ ਰਾਹੀਂ ਇੱਕ ਸ਼ਰ੍ਹਾ ਆਈ, ਵਿਵਸਥਾ ਆਈ ਵੀ ਜਿੰਨਾ ਕੋਈ ਪਾਪ ਕਰਦਾ ਉਹਨੇ ਕੋਈ ਭੇਟਾ ਕਰ ਲੈ, ਜਾਜਕ ਠਹਿਰਾਏ, ਸੰਤ ਠਹਿਰਾਏ। ਪਰ ਲੋਕਾਂ ਨੇ ਪਾਪ ਨਹੀਂ ਛੱਡਿਆ, ਕੁਰਬਾਨੀਆਂ ਦੇ ਗਏ। ਫਿਰ ਸੰਤ ਯਸ਼ਾਇਆ ਨਬੀ ਦੇ ਵੇਲੇ ਇੱਕ ਦੀ ਜੋ ਅਸੀਂ 11 ਆਇਤ ਪੜ੍ਹਦੇ ਹਾਂ ਕਿ ਪਰਮੇਸ਼ਵਰ ਨੇ ਆਖਿਆ, ਜਦ ਤੁਸੀਂ ਮੇਰੇ ਸਨਮੁਖ ਹਾਜ਼ਰ ਹੁੰਦੇ ਹੋ ਤਾਂ ਕਿਹਨੇ ਚਾਹੇ ਮੇਰੇ ਵਿਹੜਿਆਂ ਨੂੰ ਮਿੱਧੋ, ਅੱਗੇ ਉਹਨੂੰ ਬੇਅਰਥ ਚੜਾਵੇ ਮੇਰੇ ਨਾਂ ਲਿਓ, ਧੂਫ ਮੇਰੇ ਲਈ ਘਨਾਉਣੀ ਹੈ, ਮੱਸਿਆਵਾਂ ਸਬਦ ਸੰਗਤਾਂ ਜੋੜ ਮੇਲੇ ਸਾਰੇ ਮੇਰੇ ਲਈ ਮੇਲੇ। ਅੱਜ ਲੋਕ ਮੱਸਿਆਵਾਂ ਕਰਦੇ ਆ ਨਾ, ਪਰ ਬਾਈਬਲ 'ਚ ਲਿਖਿਆ ਵੀ ਉਹ ਪਹਿਲਾਂ ਲੋਕ ਸਮੇਂ 'ਚ ਕਰਦੇ ਸੀ, ਲੋਕ ਕਰ ਮੇਰੇ ਲਈ ਸਭ ਬੇਅਰਥ ਹੈ। ਫਿਰ ਜਦੋਂ 6 ਦੀ ਪੜ੍ਹਦੇ ਨੇ ਅਸੀਂ 8 ਹੈ ਤਾਂ ਉੱਥੇ ਮੀਟਿੰਗ ਕੀਤੀ, ਕਹਿੰਦਾ ਕੌਣ ਸਾਡੇ ਲਈ ਜਾਵੇਗਾ, ਮੈਂ ਕਿਹਨੂੰ ਘੱਲਾਂ? ਤਾਂ ਸਵਰਗ ਦੇ ਵਿੱਚ ਪ੍ਰਭੂ ਯਿਸੂ ਮਸੀਹ, ਉਹਦਾ ਸ਼ਬਦ, ਉਹਦਾ ਪੁੱਤਰ ਕਹਿੰਦਾ ਮੈਨੂੰ ਘੱਲੋ। ਕਈ ਲੋਕ ਇਹਨੂੰ ਯਸ਼ਾਇਆ ਕਹਿੰਦੇ ਆ, ਪਰ ਪ੍ਰਕਾਸ਼ ਦੀ ਪੋਥੀ 5 ਅਧਿਆਏ ਪੜ੍ਹ ਲਓ, ਉੱਥੇ ਕਲੀਅਰ ਹੋ ਜਾਂਦਾ ਵੀ ਕੌਣ ਸੀ ਉਹ। ਫਿਰ ਉਸ ਤੋਂ ਬਾਅਦ 7 ਦੀ ਜਦੋਂ ਅਸੀਂ 14 ਆਇਤ ਪੜ੍ਹਦੇ ਹਾਂ, ਉਹੀ ਸੰਤ ਯਸ਼ਾਇਆ ਨੇ ਆਖਿਆ, ਵੇਖੋ ਕੁਆਰੀ ਗਰਭਵਤੀ ਹੋਵੇਗੀ, ਪੁੱਤਰ ਜਣੇਗੀ, ਉਹਦਾ ਨਾਮ ਇਮਾਨੂਅਲ ਰੱਖਿਆ ਜਾਵੇਗਾ। ਉਹ ਦਹੀਂ ਅਤੇ ਸ਼ਹਿਦ ਖਾਵੇਗਾ, ਜਿਨ੍ਹਾਂ ਤੱਕ ਬਦੀ ਨੂੰ ਰੱਦਣਾ ਤੇ ਨੇਕੀ ਨੂੰ ਚੁਣਨਾ ਨਾ ਜਾਣੇ। ਇਹ ਵੀ ਇੱਕ ਸਵਾਲ ਹੈ ਮੇਰਾ, ਹੱਲ ਕਰ ਦੀ ਵੀ ਉਹਨਾਂ ਤੱਕ ਕਿਉਂ ਦਹੀਂ ਤੇ ਸ਼ਹਿਦ ਖਾਵੇਗਾ, ਲਿਖਿਆ ਯਿਸੂ ਮਸੀਹ ਬਾਰੇ ਹੈ, ਉਦੋਂ ਬਾਅਦ 'ਚ ਕਿਉਂ ਨਹੀਂ? ਹੱਲ ਕਰ ਦੇ ਮੇਰੇ ਸਵਾਲ ਦਾ। ਇਹ ਸਾਡੇ ਪ੍ਰਭੂ ਯਿਸੂ ਮਸੀਹ ਬਾਰੇ ਹੋਰ ਇਹੋ ਜਿਹਾ ਧਰਤੀ ਉੱਤੇ ਗੁਰੂ, ਕੋਈ ਪੀਰ ਪਕੰਬਰ, ਕੋਈ ਦੇਵੀ ਦੇਵਤਾ ਹੈ ਨਹੀਂ ਜਿਹਦੇ ਬਾਰੇ ਇਸ ਤਰ੍ਹਾਂ ਭਵਿੱਖਬਾਣੀ ਕੀਤੀ ਹੋਵੇ।
ਉਸ ਤੋਂ ਬਾਅਦ 9 ਦੀ ਜਦੋਂ ਅਸੀਂ ਪੜ੍ਹਦੇ ਹਾਂ 7-8 ਐਤ ਜੇ ਸ਼ਾਇਦ ਵਿੱਚ ਉੱਥੇ ਲਿਖਿਆ ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਉਹਦਾ ਨਾਮ ਅਚਰਜ ਸਲਾਹੂ ਸ਼ਕਤੀਮਾਨ ਪਰਮੇਸ਼ਵਰ ਇਸ ਤਰ੍ਹਾਂ ਸੱਦਿਆ ਗਿਆ। ਰਾਜ ਉਹਦੇ ਮੋਢਿਆਂ ਉੱਤੇ ਹੋਵੇਗਾ। ਅਨਾਦੀ ਪਿਤਾ ਵੀ ਲਿਖਿਆ ਉਹਦੇ ਵਿੱਚ ਹੈ। ਉਸ ਤੋਂ ਬਾਅਦ ਨਵੇਂ ਨੇਮ ਵਿੱਚ ਆ ਜਾਂਦੇ ਆ। ਜਦੋਂ ਯਿਸੂ ਮਸੀਹ ਜੰਮਿਆ ਤਾਂ ਲਿਖਿਆ ਆਕਾਸ਼ ਵਿੱਚ ਤਾਰਾ ਚੜ੍ਹਿਆ, ਧਰਤੀ ਉੱਤੇ ਬੜੀਆਂ ਸ਼ਖਸੀਸ਼ਾਂ ਪੈਦਾ ਹੋਈਆਂ। ਇਸ ਤਰ੍ਹਾਂ ਦਾ ਨਹੀਂ ਹੈਗਾ ਕਿਸੇ ਦਾ। ਸਵਰਗਦੂਤ ਨਾਮ ਰੱਖ ਕੇ ਗਿਆ ਉਹਦਾ ਜਬਰਾਈਲ ਫਰਿਸ਼ਤਾ, ਮਾਤਾ ਵਧਾਈਆਂ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ, ਵੇਖ ਤੂੰ ਪੁੱਤਰ ਜਣੇਗੀ। ਜਦੋਂ ਲੂਕਾ 1:26 ਪੜ੍ਹਦੇ ਆ, ਉਹਦਾ ਨਾਮ ਯਿਸੂ ਰੱਖੀ। ਯੂਸੁਫ ਕੋਲੇ ਸਵਰਗਦੂਤ ਆਇਆ, ਇਹ ਯੂਸੁਫ ਆਪਣੀ ਮਰੀਅਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ। ਉਹ ਕੁਆਰੀ ਤੋਂ ਇਸ ਕਰਕੇ ਪੈਦਾ ਹੋਇਆ ਕਿਉਂਕਿ ਜਿਹਦੇ ਪਿੱਛੇ ਪਿਓ ਦਾ ਲੱਗਦਾ ਪਾਪੀ, ਇਸ ਕਰਕੇ ਪਰਮੇਸ਼ਵਰ ਨੇ ਇੱਕ ਕੁਆਰੀ ਦਾ ਸਹਾਰਾ ਲਿੱਤਾ। ਕਈ ਲੋਕ ਕਹਿੰਦੇ ਆ ਵੀ ਕੁਆਰੀ ਉਹ ਵੀ ਤਾਂ ਉਹਦੇ ਤਾਂ ਪਿਓ ਸੀ। ਨਹੀਂ 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 ਨਹੀਂ। ਜਦੋਂ ਯਹੋਨਾ 1 ਦੀ ਅਸੀਂ ਪੜ੍ਹਦੇ ਨਾ 13 ਐਤ ਲਿਖਿਆ, ਉਹ ਨਾ ਲਹੂ ਤੋਂ, ਨਾ ਸਰੀਰ ਦੀ ਇੱਛਾ ਤੋਂ, ਨਾ ਪੁਰਖ ਦੀ ਇੱਛਾ ਤੋਂ ਪੈਦਾ ਹੋਇਆ, ਪਰ ਉਹ ਪਰਮੇਸ਼ਵਰ ਤੋਂ ਪੈਦਾ ਹੋਇਆ। ਮਾਤਾ ਨੇ ਆਖਿਆ ਇਹ ਕਿਵੇਂ ਹੋ ਸਕਦਾ, ਮੈਂ ਕੁਆਰੀ ਹਾਂ। ਤਾਂ ਦੂਤ ਨੇ ਆਖਿਆ ਪਰਮੇਸ਼ਰ ਦੀ ਕੁਦਰਤ ਤੇਰੇ ਤੇ ਛਾਇਆ ਕਰੇਗੀ, ਜਿਹੜਾ ਜੰਮੇਗਾ ਪਵਿੱਤਰ ਅਤੇ ਪਰਮੇਸ਼ਰ ਦਾ ਪੁੱਤਰ ਕਹਾਵੇਗਾ। ਮੰਨ ਲਓ ਮੇਰਾ ਪੁੱਤਰ ਹੈ ਨਾ, ਉਹਦਾ ਜਿਹੜਾ ਬਲੱਡ ਗਰੁੱਪ ਹੈ ਉਹਦੀ ਮਾਂ ਦਾ ਨਹੀਂ ਹੈਗਾ, ਉਹ ਮੇਰਾ ਹੈ। ਚੈੱਕ ਕਰਾ ਲੈ ਭਾਵੇਂ। ਪਿਓ ਦੇ ਖੂਨ ਦੇ ਦੁਆਰਾ ਅੱਗੇ ਬਾਲਕ ਪੈਦਾ ਹੁੰਦਾ ਹੈ। ਲਿਖਿਆ ਉਹ ਪਰਮੇਸ਼ਵਰ ਦੇ ਦੁਆਰਾ ਪੈਦਾ ਹੋਇਆ, ਉਹ ਪਵਿੱਤਰ ਹੈ। ਜੇ ਜਨਮ ਨਾ ਹੁੰਦਾ ਉਹਦਾ, ਹੋਇਆ ਹੁੰਦਾ, ਅਚਾਨਕ ਕਿਤੋਂ ਪ੍ਰਗਟ ਹੋਇਆ ਹੁੰਦਾ, ਨਿਕੰਮਿਆ। ਅਸੀਂ ਕਿਵੇਂ ਸਾਬਤ ਕਰਦੇ ਉਹਨੂੰ ਵੀ ਪਾਪੀਆਂ ਨੂੰ ਬਚਾਉਣ ਆਇਆ, ਉਹ ਪਾਪ ਦਾ ਖਾਤਮਾ ਕਰਨ ਵਾਸਤੇ ਆਇਆ। ਉਹਨੂੰ ਭਾਂਡੇ ਦੀ ਲੋੜ ਸੀ। ਇਹ ਨਹੀਂ ਹੈਗਾ ਵੀ ਅਚਾਨਕ ਪ੍ਰਗਟ ਹੋ ਗਿਆ। ਸਾਡੀ ਕਾਮਨ ਸੈਂਸ ਕੰਮ ਕਰਦੀ ਕਿ ਨਹੀਂ ਕਰਦੀ? ਰੱਬ ਪਾਗਲ ਹੈ? ਸਵਰਗ ਤੋਂ ਇੱਕ ਜਥਾ ਆਇਆ, ਵਧਾਈਆਂ ਦੇ ਕੇ ਗਿਆ। ਚਮਤਕਾਰ ਤਾਂ ਬਹੁਤ ਕੀਤੇ ਉਹਨੇ, ਮੁਰਦਿਆਂ ਤੱਕ ਜਿੰਦੇ ਕੀਤੇ, ਅੰਨੇ ਕੋੜੀ ਲੰਗੜੇ ਲੂਲੇ ਸਭ ਪ੍ਰਭੂ ਨੇ ਕਿਰਪਾ ਕੀਤੀ ਹੈ। ਪਹਿਲਾਂ ਕਹਿਤਾ ਮੈਂ ਯਰੂਸ਼ਲਮ ਨੂੰ ਜਾਂਦਾ ਹਾਂ, ਮੈਨੂੰ ਫੜ ਲੈਣਗੇ, ਮੈਨੂੰ ਤਸੀਹੇ ਦੇਣਗੇ, ਮੈਨੂੰ ਮਾਰ ਦੇਣਗੇ, ਤੇ ਮੈਂ ਤੀਜੇ ਦਿਨ ਕੀ ਹੋ ਜਾਊਂਗਾ? ਜਿੰਦਾ ਹੋ ਜਾਊਂਗਾ। ਦੱਸੋ ਕਿਹੜਾ ਕਹਿ ਗਿਆ? ਉਹਦੇ ਵਰਗਾ ਮੈਨੂੰ ਕੋਈ ਲੱਭਿਆ ਨਹੀਂ। ਤੂੰ ਉਹਦੇ ਵੇੜੇ, ਉਹਦੇ ਵੇਖੇ, ਉਹਦੇ ਜਨਮ ਦੇ ਵੇਖੇ ਇਸ ਤਰ੍ਹਾਂ ਬੋਲਦਾ। ਸਾਡੇ ਕੋਲ ਇੱਕ ਸਮਾਂ ਹੁੰਦਾ, ਅਸੀਂ ਯਾਰ ਇਕੱਠ ਦਾ ਫਾਇਦਾ ਕਰਦੇ ਹਾਂ। ਭਾਵੇਂ ਮਰਗਤ ਦਾ ਇਕੱਠ ਹੋਵੇ, ਭਾਵੇਂ ਜਨਮ ਦਿਨ ਹੋਵੇ ਕਿਸੇ ਜਵਾਕ ਦਾ, ਬੱਚੇ ਦਾ, ਭਾਵੇਂ ਵਿਆਹ ਹੋਵੇ ਹੈ, ਭਾਵੇਂ ਯਿਸੂ ਮਸੀਹ ਦਾ ਸ਼ਹੀਦੀ ਮੌਤ ਹੋਵੇ। ਕਹਿੰਦੇ ਉਹ ਨਹੀਂ ਕੀਤੀ, ਡੇਟ ਹੈ ਨਹੀਂ, ਮਰਨ ਦਿਨ ਦੀ ਡੇਟ ਹੈ ਨਹੀਂ, ਮਰਿਆ ਨਹੀਂ, ਉਹ ਜਿੰਦਾ ਨਹੀਂ ਹੋਇਆ ਹੈ। ਜਿੰਦਾ ਹੋਣ ਦਾ ਪ੍ਰਚਾਰ ਕਿਉਂ ਕਰਦੇ ਹੋ ਤੁਸੀਂ ਜੇ ਜਿੰਦਾ ਹੋਇਆ ਹੀ ਨਹੀਂ? ਡੇਟ ਤਾਂ ਹੈ ਨਹੀਂ ਹੈ। ਕਈ ਲੋਕ ਤਾਂ ਨਾ ਬੜੇ ਸਿਆਣੇ ਹੈ, ਕਹਿੰਦੇ ਜੀ ਜਦੋਂ ਪ੍ਰਭੂ ਯਿਸੂ ਮਸੀਹ ਮਰਿਆ ਨਾ, ਉੱਥੇ ਪਤਰਸ ਤੇ ਸਿਪਾਹੀ ਅੱਗ ਸੇਕ ਰਹੇ ਸੀ। ਉਹ ਬੰਦੇ ਇੱਥੋਂ ਪੰਜਾਬ 'ਚ ਬਾਹਰ ਤਾਂ ਨਿਕਲੇ ਨਹੀਂ ਹੁੰਦੇ ਤੇ ਗੱਲਾਂ ਕਰਦੇ ਇਸਰਾਇਲ ਦੀਆਂ। ਦੇਖ ਕੇ ਆਏ ਕਦੇ ਉੱਥੇ ਕਿਹੋ ਜਿਹਾ ਮਾਹੌਲ ਹੁੰਦਾ ਗਰਮੀ 'ਚ, ਜਿਵੇਂ ਇੱਥੇ ਆਪਣੇ ਗਰਮੀ ਪੈਂਦੀ ਹੈ ਹੈ। ਕਈ ਤਾਂ ਇਲਾਕੇ ਇਹੋ ਜਿਹੇ ਉੱਥੇ 12 ਮਹੀਨੇ ਦਿਨ ਠੰਡ ਹੀ ਪੈਂਦੀ ਹੈ, ਅੱਗ ਸੇਕਣੀ ਪੈਂਦੀ ਹੈ। ਕਈ ਇਲਾਕੇ ਇਹੋ ਜਿਹੇ 12 ਮਹੀਨੇ ਦਿਨ ਉੱਥੇ ਗਰਮੀ ਪੈਂਦੀ ਹੈ, ਏਸੀ ਲਾਉਣੇ ਪੈਂਦੇ ਆ। ਕਰ ਲਿਓ ਕਿਸੇ ਸਿਆਣੇ ਬੰਦੇ ਨਾਲ ਗੱਲਾਂ। ਯਿਸੂ ਮਸੀਹ ਨੂੰ ਫੜ ਲਿਆ। ਕਈ ਲੋਕ ਬੇਵਕੂਫ ਹੁੰਦੇ ਆ ਵੀ ਅੱਛਾ ਆਪਣੇ ਆਪ ਨੂੰ ਨਹੀਂ ਬਚਾ ਸਕਿਆ। ਸਿਪਾਹੀ ਵੀ ਕਹਿੰਦੇ ਸੀ, ਕਿਉਂਕਿ ਉਹਨੇ ਕੁਰਬਾਨੀ ਦੇਣੀ ਸੀ।
ਲੋਕ ਪਹਿਲਾਂ ਬੱਕਰਾ ਛਿੱਤਰ ਦੇ ਕੁਰਬਾਨੀਆਂ ਦਿੰਦੇ ਸੀ, ਉਹਦੇ ਨਾਲ ਆਜ਼ਾਦ ਨਹੀਂ ਸੀ ਹੁੰਦੇ, ਫਿਰ ਦੇਣੀਆਂ ਪੈਂਦੀਆਂ ਸੀ। ਪਰ ਯਿਸੂ ਮਸੀਹ ਨੇ ਦੇ ਬਾਰੇ ਲਿਖਿਆ ਕਿ ਪਰਮੇਸ਼ਵਰ ਨੇ ਜਗਤ ਨਾਲ ਇਹੋ ਜਿਹਾ ਪਿਆਰ ਕੀਤਾ, ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ, ਜਿਹੜਾ ਵੀ ਉਹਦੇ ਨਾਮ ਉੱਤੇ ਨਿਹਚਾ ਕਰੇਗਾ ਬਚਾਇਆ ਜਾਵੇਗਾ। ਬਸ ਨਿਹਚਾ ਕਰਨ ਨਾਲ ਅਸੀਂ ਬਚਾਏ ਹੋਏ ਹਾਂ। ਜਦੋਂ ਯਿਸੂ ਮਸੀਹ ਸਲੀਬ ਤੇ ਸੀ, ਜਦੋਂ ਉਹਦੀ ਜਾਨ ਉਹਨੇ ਆਪਣੇ ਪਰਮੇਸ਼ਵਰ ਨੂੰ ਦਿੱਤੀ, ਤਾਂ ਲਿਖਿਆ 3 ਘੰਟੇ ਹਨੇਰਾ ਰਿਹਾ, ਪੱਥਰ ਤਿੜਕ ਗਏ, ਭੁਚਾਲ ਆ ਗਿਆ, ਧਰਤੀ ਪਾਟ ਗਈ। ਬਾਈਬਲ 'ਚ ਲਿਖਿਆ, ਮੱਤੀ ਦੀ ਸਾਰੀਆਂ ਜੀਲਾਂ 'ਚ ਲਿਖਿਆ ਉਹਦੇ ਬਾਰੇ ਹੈ। ਦੱਸੋ ਇਹਦੇ ਇਹੋ ਜਿਹਾ, ਮੌਤਾਂ ਬਥੇਰੀਆਂ ਹੋਈਆਂ ਲੋਕਾਂ ਦੀਆਂ, ਦੱਸੋ ਇਹੋ ਜਿਹਾ ਕਿ ਹੋਇਆ। 500 ਲੋਕਾਂ ਨੇ ਦਰਸ਼ਨ ਕੀਤੇ, 40 ਦਿਨ ਧਰਤੀ ਤੇ ਰਿਹਾ। ਦੱਸੋ ਮੈਨੂੰ ਮਿਲਾ ਕੇ ਦਿਖਾਓ ਉਹਦੇ ਵਰਗਾ, ਕੋਈ ਵੀ ਮਿਲਾ ਦਿਓ, ਮੈਂ ਉਹਦੇ ਕਚਹਿਰੀ ਜਾ ਕੇ ਨੋਟਰੀ ਕਰਾ ਕੇ ਤਲਾਕ ਦੇ ਆਊਂਗਾ। ਫਿਰ ਜਾਂਦਾ ਹੋਇਆ ਕਹਿ ਕੇ ਗਿਆ ਕਿ ਮੈਂ ਫੇਰ ਆਵਾਂਗਾ। ਅੱਜ ਸਾਰੇ ਉਡੀਕਦੇ ਨਾ ਨੇਕ ਕਲੰਕ ਅਵਤਾਰ ਆਊਗਾ, ਉਹ ਕਹਿ ਕੇ ਗਿਆ ਮੈਂ ਜਾਂਦਾ ਹਾਂ, ਮੈਂ ਫੇਰ ਆਵਾਂਗਾ, ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ। ਧਰਤੀ ਤੇ ਕੋਈ ਨਹੀਂ ਕਹਿ ਕੇ ਗਿਆ, ਉਡੀਕੀ ਸਾਰੇ ਜਾਂਦੇ ਆ। ਚੰਗਾ ਨਹੀਂ ਲੱਗਦਾ ਇਹ ਨਾਮ ਲੈਂਦੇ ਤਾਂ ਸਾਰਾ ਦਬਾਅ ਸਾਰੇ, ਠੀਕ ਹੈ। ਉਹ ਇੱਕੋ ਹੀ ਕਹਿ ਕੇ ਗਿਆ, ਉਹ ਨੇਕ ਕਲੰਕ ਅਵਤਾਰ ਜਿਹਨੂੰ ਕਹਿੰਦੇ ਨੇ, ਉਹ ਪ੍ਰਭੂ ਯਿਸੂ ਮਸੀਹ ਹੈ, ਜਿਸ 'ਚ ਕੋਈ ਕਲੰਕ ਨਹੀਂ, ਕੋਈ ਸਾਬਤ ਨਹੀਂ ਕਰ ਸਕਿਆ ਅਜ ਤੱਕ। ਹਰ ਪਾਸੇ ਪਵਿੱਤਰ ਸੀ ਉਹ। ਉਹਦੀ ਕੁਰਬਾਨੀ ਹੋਈ, ਜਿਹੜਾ ਵੀ ਉਹਦੇ ਨਾਮ ਉੱਤੇ ਨਿਹਚਾ ਕਰ ਲਵੇਗਾ ਉਹ ਬਚਾਇਆ ਜਾਵੇਗਾ। ਜਿਹਨੂੰ ਅਸੀਂ ਕ੍ਰਿਸਮਸ ਡੇ ਕਹਿੰਦੇ ਹਾਂ, ਜਿਹਨੂੰ ਅਸੀਂ ਖੁਸ਼ੀ ਦਾ ਦਿਨ ਕਹਿੰਦੇ ਹਾਂ, ਜਿਹਨੂੰ ਅਸੀਂ ਆਖਰੋਂ ਜੰਮਿਆ, ਉਹ ਮਰਿਆ ਵੀ ਹੈ। ਉਹ ਇਨਸਾਨ ਬਣ ਕੇ ਆਇਆ ਸੀ, ਹਵਾ ਤਾਂ ਹੈ ਨਹੀਂ ਸੀ ਕੋਈ। ਉਹ ਸਾਡੇ ਵਾਂਗੂ ਨੇ ਦੁੱਖ ਵੀ ਝੱਲਿਆ, ਲਿਖਿਆ ਮਰਦ ਸੀ, ਉਹਨੇ ਸਾਰੀਆਂ ਚੀਜ਼ਾਂ ਹੰਢਾਈਆਂ, ਪਰ ਰਹਿਤ ਰਿਹਾ ਹਰ ਪਾਪ ਤੋਂ। ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਅਸੀਂ, ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਾਂ। ਕੁਝ ਗੱਲਾਂ ਸਾਨੂੰ ਮਿਲਦੀਆਂ ਨੇ ਚੰਗੀਆਂ ਸਿੱਖਣ ਨੂੰ ਹੈ। ਬਾਬੇ ਨਾਨਕ ਦਾ ਸੁਣਿਆ ਵੀ ਜਨਮ ਕਹਿੰਦੇ 13 ਅਪ੍ਰੈਲ ਨੂੰ ਹੋਇਆ, ਤੇ ਮਨਾਉਂਦੇ ਕਦੋਂ ਹੈ? ਨਵੰਬਰ 'ਚ। ਇਹਦਾ ਮਤਲਬ ਜੰਮਿਆ ਨਹੀਂ। ਸਾਨੂੰ ਦਿਨ ਚਾਹੀਦਾ, ਤੂੰ ਦੇ ਦੇ 5 ਲੱਖ, ਮੈਂ ਦੇਵਾਂਗਾ ਤੈਨੂੰ, ਕਿ ਅਸੀਂ ਆਪਣੀ ਉਹ ਖੁਸ਼ਖਬਰੀ ਲੋਕਾਂ ਤੱਕ ਪਹੁੰਚਾ ਸਕੀਏ। ਤੇਰੇ ਵਰਗੇ ਡਰਪੋਕ ਹੁੰਦੇ ਨੇ, ਤੇਰੇ ਵਰਗੇ ਕਿਰਸੀ ਹੁੰਦੇ ਨੇ, 4 ਰੁਪਏ ਕੋਲੋਂ ਨਹੀਂ ਲਾ ਸਕਦੇ। ਤੂੰ 5 ਲੱਖ ਦੀ ਗੱਲ ਕਹਿਣਾ, ਵੱਡਾ ਦਿਨ ਐਵੇਂ ਮਨਾਇਆ ਜਾਂਦਾ। ਮਾੜੇ ਤੋਂ ਮਾੜਾ ਪਾਸਟਰ ਵੀ ਲੱਖ ਰੁਪਇਆ ਖਰਚਾ ਕਰ ਦਿੰਦਾ ਹੈ। ਕਈ ਲੋਕ ਵੀ ਸਾਲ ਬਾਅਦ ਦਿਨ ਆਉਂਦਾ। ਸਾਡਾ ਉਹ ਪ੍ਰਭੂ ਜਿਹਨੇ ਦੁਨੀਆ ਬਦਲ ਕੇ ਰੱਖ ਦਿੱਤੀ, ਸਾਡਾ ਉਹ ਪ੍ਰਭੂ ਜਿਹੜਾ ਜੀਵਨ ਦੇਣ ਵਾਲਾ ਹੈ, ਉਹ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਉਹਨੇ ਜਨਮ ਲਿੱਤਾ ਹੈ। ਅਤੇ ਇਸ ਕਰਕੇ ਕੋਈ ਫਰਕ ਨਹੀਂ ਪੈਂਦਾ। ਅਸੀਂ ਬੱਚੇ ਵਿਆਹੇ ਹੈ, ਅਸੀਂ ਘਰ ਪਾਏ ਹੈ, ਅਸੀਂ ਰੋਜ਼ ਹਜ਼ਾਰਾਂ ਲੱਖਾਂ ਰੁਪਇਆ ਗੱਡੀਆਂ ਲੈਤੀਆਂ ਖਰਚਾ ਕਰਦੇ ਹਾਂ। ਇੱਕ ਦਿਨ ਸਾਡੇ ਪ੍ਰਭੂ ਦੇ ਨਾਮ ਉੱਤੇ ਖਰਚਾ ਕਰ ਦਈਏ, ਉਹਦੀ ਜੈ ਜੈਕਾਰ ਕਰਨੀ ਹੈ, ਕਿਸੇ ਗੱਲ ਦੀ ਕਮੀ ਘਾਟ ਨਾ ਰਵੇ। ਸਬਜ਼ੀਆਂ ਦੋ, ਜਲੇਬੀਆਂ, ਲੰਗਰ ਹੈ, ਕਿਸੇ ਤਰ੍ਹਾਂ ਦੀ ਵੀ ਯਾਰ ਸਾਡੇ ਮੁੰਡੇ ਦਾ ਵਿਆਹ ਹੋਵੇ, ਅਸੀਂ ਲੱਖਾਂ ਰੁਪਇਆ ਖਰਚ ਕਰ ਦਿੰਦੇ ਹਾਂ, ਕਰਜ਼ਾਊ ਹੋ ਕੇ ਬਹਿ ਜਾਂਦੇ ਹਾਂ ਹੈ। ਯਿਸੂ ਮਸੀਹ ਕਹਿੰਦਾ ਕਿਹੜਾ ਜਿਹੜਾ ਮੇਰੇ ਕਰਕੇ 1 ਰੁਪਈਆ ਵੀ ਲਾਉਂਦਾ ਉਹਨੂੰ ਮੈਂ 100 ਗੁਣਾ ਨਹੀਂ ਦਿੰਦਾ। ਉਹ ਚੰਗਾ ਮੋਤੀ ਹੈ ਇਹ, ਜਿਹਦੇ ਪਿੱਛੇ ਜਿੰਨਾ ਮਰਜ਼ੀ ਰੁਪਈਆ ਖਰਚ ਹੋ ਜਾਵੇ, ਜਿੰਨਾ ਮਰਜ਼ੀ ਸਮਾਂ ਖਰਚ ਹੋਵੇ, ਉਹ ਨਕੰਮੇ ਲੋਕ ਹੁੰਦੇ ਆ। ਮੈਂ ਇੱਕ ਗੀਤ ਬਣਾਇਆ, 2 ਬੋਲ ਮੈਂ ਤੁਹਾਡੇ ਨਾਲ ਕਰ ਲੈਣਾ। ਜਿਹੜਾ ਮੇਰੇ ਨਾਲੋਂ ਵੱਧ ਪਿਆਰ ਕਰੇ ਸੰਸਾਰ ਨੂੰ, ਹੋਣਾ ਕੋਈ ਵਪਾਰੀ ਜੋ ਵਧਾਉਂਦਾ ਇਹ ਵਪਾਰ ਨੂੰ। ਕੀ ਉਸ ਤੇ ਈਮਾਨ ਜਿਹਦਾ ਪੈਸੇ ਵੱਲ ਧਿਆਨ, ਕੀ ਉਸ ਤੇ ਈਮਾਨ ਜਿਹਦਾ ਪੈਸੇ ਵੱਲ ਧਿਆਨ, ਉਹ ਮੇਰਾ ਨਹੀਂ ਭਰਾਵੋ ਉਹ ਕਰਿੰਦਾ ਏ। ਕਾਹਦਾ ਏ ਭਗਤ ਜਿਹੜਾ ਮਾਰਦਾ ਏ ਝੂਠ, ਧੋਖਾ ਆਪਣੇ ਹੀ ਆਪ ਨੂੰ ਉਹ ਦਿੰਦਾ ਏ। ਕਾਹਦਾ ਏ ਪ੍ਰੇਮੀ ਜਿਹੜਾ ਸੰਤਾਂ ਨੂੰ ਸਤਾਵੇ, ਰੱਬ ਨੂੰ ਸਤਾਵੇ, ਧੋਖਾ ਆਪਣੇ ਹੀ ਆਪ ਨੂੰ ਉਹ ਦਿੰਦਾ ਏ। ਯਾਦ ਕਰ ਬੰਦੇ ਜਦੋਂ ਲੈਤਾ ਸੀਗਾ ਨਾਮ, ਖੜ ਪਾਣੀ ਵਿੱਚ ਕੀਤਾ ਇਕਰਾਰ ਸੀ।
ਵਫਾਦਾਰ ਰਹੂੰ ਭਾਵੇਂ ਦੇਣੀ ਪੈ ਜੇ ਜਾਨ, ਕਿ ਝੂਠਾ ਤੇਰਾ ਰੱਬ ਨਾ ਪਿਆਰ ਸੀ। ਵਫਾਦਾਰ ਰਹੂੰ ਭਾਵੇਂ ਦੇਣੀ ਪੈ ਜੇ ਜਾਨ, ਕਿ ਝੂਠਾ ਤੇਰਾ ਰੱਬ ਨਾ ਪਿਆਰ ਸੀ। ਕਿਨੇ ਕਰ ਦਿੱਤਾ ਜਾਦੂ, ਉਹ ਰੌਲਾ ਪਾਉਣਾ ਰਹਿਨੇ ਵਾਧੂ। ਕਿਨੇ ਕਰ ਦਿੱਤਾ ਜਾਦੂ, ਰੌਲਾ ਪਾਉਣਾ ਰਹਿਨੇ ਵਾਧੂ। ਦੁੱਖ ਸਾਰਿਆਂ ਨੂੰ ਬੰਦਿਆ ਕਿਉਂ ਦਿੰਦਾ ਏ, ਕਾਹਦਾ ਏ ਪਰਹਿਮੀ ਜਿਹੜਾ ਮਾਰਦਾ ਏ ਝੂਠ ਧੋਖਾ, ਆਪਣੇ ਹੀ ਆਪ ਨੂੰ ਤੂੰ ਦਿੰਦਾ ਏ। ਉਹ ਕਾਹਦਾ ਏ ਪਰਹਿਮੀ ਜਿਹੜਾ ਸੰਤਾਂ ਨੂੰ ਸਤਾਵੇਂ, ਧੋਖਾ ਆਪਣੇ ਹੀ ਆਪ ਨੂੰ ਕੋ ਦਿੰਦਾ ਏ। ਉਹ ਸੰਗਤ 'ਚ ਆਉਣਾ ਖਿਆਲ ਕਮੀਆਂ 'ਚ ਰੱਖਣਾ, ਇਹੋ ਜਿਹੇ ਮਨੁੱਖਾਂ ਦਾ ਕੀ ਕਰੀਏ। ਸੰਗਤ 'ਚ ਆਉਣਾ ਖਿਆਲ ਕਮੀਆਂ 'ਚ ਰੱਖਣਾ, ਇਹੋ ਜਿਹੇ ਮਨੁੱਖਾਂ ਦਾ ਕੀ ਕਰੀਏ। ਖੁਸ਼ ਨਾ ਭਰਾਵੋ ਇਹ ਕਦੇ ਵੀ ਹੋਣ, ਭਾਵੇਂ ਜਾਨ ਕਦਮਾਂ ਦੇ ਵਿੱਚ ਧਰੀਏ। ਖੁਸ਼ ਨਾ ਭਰਾਵੋ ਇਹ ਕਦੇ ਵੀ ਹੋਣ, ਭਾਵੇਂ ਜਾਨ ਕਦਮਾਂ ਦੇ ਵਿੱਚ ਧਰੀਏ। ਖੁਸ਼ ਨਾ ਭਰਾਵੋ ਇਹ ਕਦੇ ਵੀ ਹੋਣ, ਭਾਵੇਂ ਜਾਨ ਕਦਮਾਂ ਦੇ ਵਿੱਚ ਧਰੀਏ। ਗੱਲ ਬਣੀ ਨਹੀਂ ਉਹ ਕਹਿੰਦੇ, ਦੋਸ਼ ਕੱਢਦੇ ਹੀ ਰਹਿੰਦੇ। ਉਹ ਗੱਲ ਬਣੀ ਨਹੀਂ ਉਹ ਕਹਿੰਦੇ, ਦੋਸ਼ ਕੱਢਦੇ ਹੀ ਰਹਿੰਦੇ। ਰਾਮਾ ਮੰਡੀ ਤੋਂ ਕਲਿਆਣਾ ਸੱਚ ਕਹਿੰਦਾ ਏ, ਕਾਹਦਾ ਏ ਪਰਹਿਮੀ ਜਿਹੜਾ ਮਾਰਦਾ ਏ ਝੂਠ ਧੋਖਾ, ਆਪਣੇ ਹੀ ਆਪ ਨੂੰ ਉਹ ਦਿੰਦਾ ਏ। ਕਾਹਦਾ ਏ ਭਗਤ ਜਿਹੜਾ ਸੰਤਾਂ ਨੂੰ ਸਤਾਵੇ, ਧੋਖਾ ਆਪਣੇ ਹੀ ਆਪ ਨੂੰ ਉਹ ਦਿੰਦਾ ਏ। ਕਾਹਦਾ ਏ ਭਗਤ ਜਿਹੜਾ ਰੱਬ ਨੂੰ ਸਤਾਵੇ, ਕਾਹਦਾ ਵਿਸ਼ਵਾਸੀ ਜਿਹੜਾ ਰੱਬ ਨੂੰ ਸਤਾਵੇ, ਧੋਖਾ ਆਪਣੇ ਹੀ ਆਪ ਨੂੰ ਦਿੰਦਾ ਏ। ਸੋ ਵੋਟਾਂ ਪਾ ਦਿਓ, ਅਜੀਜ਼ ਨੂੰ ਫੜ ਲਾਂਗੇ ਆਪਾਂ, 5 ਲੱਖ ਲੈਣਾ ਤੋਂ, ਠੀਕ ਹੈ। ਸੋ ਇਸ ਕਰਕੇ ਜੇ ਥੋੜਾ ਜਿਹਾ ਵੀ ਅਕਲ ਹੋਈ ਉਹਨੂੰ ਤਾਂ ਨਾ ਕਰੋ ਪੁੱਠੇ ਸਿੱਧੇ ਗੱਲਾਂ, ਹੈ ਨਾ। ਜੇ ਰੱਬ ਨੇ ਤੈਨੂੰ ਜੀਵਨ ਦਿੱਤਾ ਨਾ, ਤਾਂ ਕੁਛ ਉਹਦੇ ਲਈ ਕਰਕੇ ਦਿਖਾ, ਪਤਾ ਲੱਗ ਜੇ ਲੋਕਾਂ ਨੂੰ ਕਿ ਅਸੀਂ ਰੱਬ ਦੇ ਭਗਤ ਹੈ, ਅਸੀਂ ਪ੍ਰਭੂ ਦੇ ਭਗਤ ਹੈ। ਜਾਨ ਵੀ ਦੇਣੀ ਪੈ ਜੇ, ਇਕਰਾਰ ਕਰਦੇ ਨਾ ਪਾਣੀ ਵਿੱਚ ਖੜ ਕੇ, ਵਫਾਦਾਰ ਰਹਾਂਗੇ। ਓਏ ਤੇਰੇ ਵਰਗਾ ਵਫਾਦਾਰ ਕੀ ਰਹੂਗਾ। ਨਿੱਕੀ ਨਿੱਕੀ ਗੱਲ ਤੇ ਬਥੇਰੇ ਲੋਕਾਂ ਨਾਲ ਠੱਗੀਆਂ ਮਾਰੀਆਂ ਤੋਂ ਮੈਂ ਸਾਬਤ ਕਰ ਸਕਦਾ। ਇਸ ਕਰਕੇ ਸਾਰਿਆਂ ਨੂੰ ਜੈ ਮਸੀਹ ਦੀ। ਸੋ ਮੈਂ ਜੇ ਕਿਸੇ ਦਾ ਦਿਲ ਦਿਖਾਇਆ, ਹੋਰ ਕਿਸੇ ਦਾ, ਅਜੀਜ਼ ਵਾਸਤੇ ਬਣਾਈ ਹੈ ਸਪੈਸ਼ਲ ਇਹ, ਠੀਕ ਹੈ। ਮੇਰੇ ਨਾਲ ਬਹਿ ਕੇ ਗੱਲ ਕਰ ਸਕਦਾ। ਮੇਰਾ ਨਾਮ ਪਾਸਟਰ ਕੁਲਵੰਤ ਰਾਏ ਕਲਿਆਣਾ ਹੈ। ਮੈਂ ਡਿਸਟ੍ਰਿਕਟ ਬਠਿੰਡਾ ਦੇ ਵਿੱਚ ਮੇਰਾ ਚਰਚ ਹੈ, ਔਰ ਮੇਰਾ ਜਿਹੜਾ ਨੰਬਰ ਹੈ ਉਹ ਹੈ 93 560 14 486। ਸਾਰਿਆਂ ਨੂੰ ਜੈ ਮਸੀਹ ਦੀ।